ਪਠਾਨ ਇੱਕ ਆਇਆ ਸੀ ਤੇ ਉਹ ਆ ਕੇ ਕੰਮ ਕਰਦਾ ਆ, ਸਾਰੀ ਦਿਹਾੜੀ ਉਹਨੇ ਲਾ ਕੇ ਆਪੋ ਦਫ਼ਤਰ ਵੀ ਸੁੱਤਿਆ ਰਹਿਣਾ, ਕਰਪਸ਼ਨ ਕਰਨੀ ਉਹਨਾਂ ਦਬਾ ਕੇ, ਕਦੇ ਤੇਲ ਦੇ ਰੋਲੇ ਨੇ, ਕਦੇ ਇਹਨਾਂ ਦੇ ਮਲਬਾ ਵੇਚਣ ਦੇ ਰੋਲੇ ਨੇ। ਠੀਕ ਹੈ, ਐਸੇ ਕਮਾਈਆਂ ਨਾ ਕੀਤੀਆਂ ਨੇ। ਕੰਮ ਵੱਲ ਕਿਸੇ ਧਿਆਨ ਨਹੀਂ ਕੀਤਾ ਕਿ ਉਹ ਡਿੰਗਾ ਇੱਕ ਇਹਨਾਂ ਵਾਸਤੇ ਕਿ ਸੋਨੇ ਦੀ ਚਿੜੀ ਬਣ ਗਿਆ ਸੀ। ਉਹਨਾਂ ਸਿਰਫ ਕਮਾਈਆਂ ਕੀਤੀਆਂ ਨੇ, ਕੰਮ ਵੱਲ ਕਿਸੇ ਦਾ ਧਿਆਨ ਨਹੀਂ। ਮਲਬਾ ਵੇਚਿਆ, ਪੈਟਰੋਲ ਕੱਢਿਆ ਉਹਨਾਂ, ਤੁਹਾਡੇ ਸਾਹਮਣੇ 3-3 ਹਜ਼ਾਰ ਦੀ ਟਰਾਲੀ ਵਿਕਦੀ ਰਹੀ ਹੈ। क्या ਡਿੰਗਾ ਸ਼ਹਿਰ ਸਾਡਾ ਨਜ਼ਰਅੰਦਾਜ਼ ਹੋ ਰਿਹਾ? ਬਹੁਤ ਜ਼ਿਆਦਾ ਨਜ਼ਰਅੰਦਾਜ਼ ਹੋ ਰਿਹਾ। ਇਹਨਾਂ ਦੇ ਉੱਤੇ ਸਿਰ ਕੋਈ ਬੰਦਾ ਹੀ ਕੋਈ ਨਹੀਂ ਹੈ, ਕਿਸੇ ਦੀ ਸੁਣ ਕੇ ਰਾਜ਼ੀ ਨਹੀਂ ਹੈ ਇੰਤਜ਼ਾਮੀਆ। अस्सलाम वालेकुम नाज़रीन, तुसी देख रहे हो आवाज़ न्यूज़ चैनल ते मैं हाँ तुहाडा मेज़बान तारिक महमूद महर। नाज़रीन, अज गल करांगे डिंगा शहर दे सफाई दे हवाले नाल कि डिंगा शहर दे सफाई दे हालात की ने, मामलात की ने, काम हो रहा है या नहीं हो रहा, या की मामलात ने। इस हवाले नाल मेरे नाल मौजूद ने डिंगा दे मुमताज़ सियासी समाजी शख्सियत साबिक कौंसलर हाजी सईद अहमद मुगल साहब। तुहाडा शुक्रिया जी, खुशामदीद प्रोग्राम दे विच। हाजी साहब नाल सवाल जवाब करने हैं। हाजी साहब, डिंगा शहर दीयां गलियां दे विच जगह जगह गंदगी दे ढेर नजर आ रहे हैं। तुहाडे ख्याल विच इस दी असल वजह की है? कि सफाई दा मौजूदा निज़ाम मुकम्मल तौर ते नाकाम हो चुका है या हुण भी इस विच बेहतरी दी गुंजाइश मौजूद है? जी, बेहतरी की गुंजाइश है, बिल्कुल साढ़े पास आसान है जी निकासी आप है डिंगे शहर की। अलहमदुलिल्लाह साढ़े को डिंगे के दोनों पासे थरू पासे सेम नाला है ते सेंटर के जा रहा है। परली साइड के देखो तो तुम उधर भी सेम नाला है। दो सेम नाले होने के बावजूद जेडे वो निज़ाम नहीं बन रहा कि असी ਉਹਦਾ ਪਾਣੀ ਜਿਹੜਾ ਬਗੈਰ ਰੁਕਾਵਟ ਤੋਂ ਅਸੀਂ ਸੇਮ ਨਾਲੇ ਵਿੱਚ ਪਹੁੰਚਾਈਏ, ਜਦਕਿ ਸਿਵਰੇਜ ਸਿਸਟਮ ਵੀ ਹੈ ਉਹ ਵੀ ਬੰਦ ਪਿਆ, ਉਹ ਵੀ ਚੱਲਦਾ ਕੋਈ ਨਹੀਂ ਪਿਆ। ਦੂਸਰੇ ਨੰਬਰ ਤੇ ਨਾਲੇ ਜਿਹੜੇ ਨੇ ਉਹ ਭਰੇ ਪਏ ਨੇ, ਜਿਤਨੇ ਮੇਨ ਨਾਲੇ ਨੇ ਤੁਸੀਂ ਵੱਡੇ ਦੇਖ ਲਓ ਤੇ ਸਾਰੇ ਬੰਦ ਪਏ ਨੇ। ਉਹਦੀ ਤੁਸੀਂ ਹਾਈ ਸਕੂਲ ਦੇ ਨਾਲੇ ਦੇਖੋ ਤੇ ਉਹ ਬੰਦ ਪਏ ਨੇ, ਦਰਸਗਾਹ ਰੋਡ ਵਾਲੇ ਤੁਸੀਂ ਨਾਲੇ ਦੇਖੋ ਤੇ ਬੰਦ ਪਏ ਨੇ, ਰਾਮਬਾਗ ਵਾਲੇ ਨਾਲੇ ਦੇਖੋ ਤੇ ਬੰਦ ਪਏ ਨੇ, ਅੱਗੋਂ ਤੁਸੀਂ ਮੁੰਡਿਆਂ ਦੇ ਕਾਲਜ ਵਾਲੇ ਨਾਲੇ ਦੇਖੋ ਤੇ ਬੰਦ ਪਏ ਨੇ, ਅੱਗੋਂ ਤੁਸੀਂ ਨਬੀਪੁਰੇ ਬਗੀਪੁਰੇ ਵਾਲਾ ਆ ਜੋ ਦਾਲ ਵਾਲੀ ਫੈਕਟਰੀ ਵਾਲਾ ਆ ਜੋ ਜ਼ੁਲਫਕਾਰ ਕਲੋਨੀ ਵਾਲਾ, ਸਾਰੇ ਨਾਲੇ ਬੰਦ ਪਏ ਨੇ। ਜਿਹਨਾਂ ਨਾਲਿਆਂ ਦੀ ਸਫਾਈ ਨਹੀਂ ਹੋਣੀ ਉਹਨਾਂ ਦੀ ਨਿਕਾਸੀ ਨਹੀਂ ਤੁਹਾਡੀ ਆ ਸਕਦੀ, ਗਲੀਆਂ 'ਚ ਪਾਣੀ ਖਲੋਣਾ ਹੀ ਖਲੋਣਾ। ऐसा मेरा अगला सवाल, क्या जो सफाई का बजट डिंगे आ रहा है, क्या वो सही तरीके नाल इस्तेमाल हो रहा है? बजट तो वाफ रहे ना, बजट उस तरीके नाल इस्तेमाल नहीं हो रहा। जी सफाई की जी कंपनी है उस हवाले नाल की कहना चाहोगे? उन्होंने कारकर्दगी के हवाले नाल क्या उन्होंने एहतसाब होना चाहिए? बिल्कुल उन्होंने एहतसाब होना चाहिए। अगे भी ऐसे चोर बाजारी तुहाडे सामने लगी रही है। पहला वो पठान एक आया सी ते ਉਹ आके काम करता है, सारी दिहाड़ी ਉਹਨੇ ਲਾ ਕੇ ਆਪੋ ਦਫ਼ਤਰ ਵੀ ਸੁੱਤਿਆ ਰਹਿਣਾ, ਕਰਪਸ਼ਨ ਕਰਨੀ ਉਹਨਾਂ ਦਬਾ ਕੇ, ਕਦੇ ਤੇਲ ਦੇ ਰੋਲੇ ਨੇ, ਕਦੇ ਇਹਨਾਂ ਦੇ ਮਲਬਾ ਵੇਚਣ ਦੇ ਰੋਲੇ ਨੇ। ਠੀਕ ਹੈ, ਐਸੇ ਕਮਾਈਆਂ ਨਾ ਕੀਤੀਆਂ ਨੇ, ਕੰਮ ਵੱਲ ਕਿਸੇ ਧਿਆਨ ਨਹੀਂ ਕੀਤਾ ਕਿ ਉਹ ਡਿੰਗਾ ਇੱਕ ਇਹਨਾਂ ਵਾਸਤੇ ਕਿ ਸੋਨੇ ਦੀ ਚਿੜੀ ਬਣ ਗਿਆ ਸੀ। ਉਹਨਾਂ ਸਿਰਫ ਕਮਾਈਆਂ ਕੀਤੀਆਂ ਨੇ, ਕੰਮ ਵੱਲ ਕਿਸੇ ਦਾ ਧਿਆਨ ਨਹੀਂ। ਮਲਬਾ ਵੇਚਿਆ, ਪੈਟਰੋਲ ਕੱਢਿਆ ਉਹਨਾਂ, ਤੁਹਾਡੇ ਸਾਹਮਣੇ 3-3 ਹਜ਼ਾਰ ਦੀ ਟਰਾਲੀ ਵਿਕਦੀ ਰਹੀ ਹੈ। डंपर 12,000 का भी 12,000 का डंपर विकदा रहा। आई साहब, क्या मुकामी इंतजामिया रोजाना की बुनियाद पर मॉनिटरिंग कर रही है? जे नहीं तो इसकी वजह की है? मॉनिटरिंग तो हो ही नहीं रही उन्होंने। वो तो आमदे ने आके सुबहादरी लवानी है, लवा के महलिया जान दे, जाके एक अद्धी जी गली है मंजूरे नजर जो बंदे ने चल ते इत्थे जिहड़ा ना ज्यादा शिकायतानी हो रही है। ठीक है, सियासी तौर पर भी जिहदा जिहदा हथ पैंदा वो अपने करता है, जिहदा हथ तगड़ा पै जांदा वो अपने जिहड़े ना अपनी बूहा साफ करवांदा, बारी भी उत्थों फेरदे ने, ओहदी गली भी चंगी धो के जाण दे। ठीक है, अद्धी राती भी कूड़ा ਉਹਦੇ ਘਰੋਂ ਚੁੱਕ ਕੇ ਲੈ ਕੇ ਜਾ ਰਿਸੀਵ ਕਰਨ ਦੇ, ਜਦ ਕਿ ਸ਼ਹਿਰ ਦਾ ਜਿਹੜੇ ਨਾ ਉਹ ਜ਼ਲੀਲ ਅਖਬਾਰ ਹੋ ਗਏ ਨੇ। ਜਿਹੜੇ ਮਹੱਲੇ 'ਚ ਵੜੋ ਦੇ ਉਹ ਗਲੀ ਭਰੀ ਹੋਵੇ ਦੀ, ਕੂੜਾ ਪਿਆ ਹੋਵੇ ਦਾ, ਗੰਦ ਪਿਆ ਹੋਵੇ ਦਾ, ਬੱਚੇ ਸਾਡੇ ਜਿਹੜੇ ਨਾ ਸਾਡੇ ਕੋਲੋਂ ਇਸ ਵਕਤ ਨਿਜ਼ਾਮ ਨਹੀਂ ਆ ਕਿ ਬੱਚੇ ਸਾਡੇ ਜਿਹੜੇ ਨਾ ਕਿ ਸਾਫ਼ ਸੁਥਰੇ ਬਾਹਰ ਮਾਹੌਲ ਵਿੱਚ ਫਿਰ ਟੁਰ ਸਕਣ। ਬਹੁਤ ਜ਼ਿਆਦਾ ਅਬਤਰ ਹੋਏ ਆ ਨਵੇਂ ਡਿੰਗਾ। वज़ीर आला पंजाब के सुथरा पंजाब प्रोग्राम पे दाविਆਂ ਦੇ ਬਾਵਜੂਦ ਡਿੰਗਾ ਵੀ सूरत हाल बेहतर क्यों नहीं हो रही? ਜਿੰਨਾ ਚਿਰ ਅਦਾਰਿਆਂ ਦੇ ਉੱਤੇ ਕੋਈ ਮੋਨੀਟਰਿੰਗ ਕਰਨ ਵਾਲਾ ਬੰਦਾ ਨਹੀਂ ਹੋਣਾ ਉਹਨਾਂ ਚਿਰ ਉਹ ਕੋਈ ਫਾਇਦਾ ਨਹੀਂ ਇਹਨਾਂ ਦਾ। ਇਹਨਾਂ ਦੇ ਸਿਰ ਤੇ ਕੋਈ ਬੰਦਾ ਨਹੀਂ ਹੋਣਾ ਕੰਮ ਕਰਵਾਉਣ ਵਾਲਾ, ਉਹਨਾਂ ਚਿਰ ਸਾਫ਼ ਨਹੀਂ ਹੋ ਸਕਦਾ। ਅੱਗੇ ਜਲਾਨੀ ਸੀ ਉਹ 30-35 ਬੰਦਿਆਂ ਨਾਲ ਪੂਰਾ ਸ਼ਹਿਰ ਡਿੰਗਾ ਸਾਫ਼ ਕਰਦਾ ਸੀ। ਉਸ ਤੋਂ ਬਾਅਦ ਹਮਲਾ ਸਰਵਰ ਹੋਰੀ ਆਏ ਨੇ ਤੇ ਉਹ ਆਪਣੇ ਕੰਮ 30-35 ਬੰਦਿਆਂ ਨਾਲ ਕਰਦੇ ਹੁੰਦੇ ਸੀ। ਇੱਕ ਟਰਾਲੀ ਹੁੰਦੀ ਸੀ ਤੇ ਉਹਦੇ ਨਾਲ ਸ਼ਹਿਰ ਦਾ ਉਹਨਾਂ ਮੇਨ ਬਾਜ਼ਾਰਾਂ ਦੇ ਕੂੜੇ ਵੀ ਚੁੱਕਣੇ ਨੇ, ਉਹਨਾਂ ਬਾਹਰੋਂ ਵੀ ਗੰਦ ਚੁੱਕਣਾ ਤੇ ਸਫਾਈ ਹੁੰਦੀ ਸੀ, ਨਜ਼ਰ ਆਉਂਦੀ ਸੀ। ਤੇ ਜਦੋਂ ਦੀ ਆਰ ਕੰਪਨੀ ਹੈ ਪ੍ਰਾਈਵੇਟ ਅਦਾਰੇ ਕੋਲ ਸੈਕਟਰ ਕੋਲ ਗਿਆ ਕੰਮ, ਇਹਨਾਂ ਦੇ ਕੰਟਰੈਕਟ ਨੇ ਟਨਾਂ ਦੇ ਹਿਸਾਬ ਤੇ ਰੋਜ਼ ਦਾ ਟਨਾਂ ਦੇ ਹਿਸਾਬ ਤੇ ਕੂੜੇ ਦੀ ਉਹ ਰਿਕੁਆਇਰਮੈਂਟ ਪੂਰੀ ਕਰਨੀ। ਇੰਨੇ ਟਨ ਅਸੀਂ ਡਿੰਗੇ 'ਚ ਕੂੜਾ 8 ਟਨ 10 ਟਨ 12 ਟਨ ਅਸੀਂ ਕੂੜਾ ਚੁੱਕਿਆ। ਤੇ ਜਿਸ ਟਨਾਂ ਦਾ ਤੁਹਾਡੇ ਮਾਮਲਾਤ ਹੋਣ ਦੇ ਉਹਨਾਂ ਦੇ ਫਿਰ ਢੇਰੀਆਂ ਹੀ ਬਾਹਰੋਂ ਜਾ ਕੇ ਚੁੱਕਣੀਆਂ ਨੇ। ਤੁਹਾਡਾ ਮਹੱਲਾ ਤਾਂ ਨਹੀਂ ਉਹਨਾਂ ਸਾਫ਼ ਕਰਨਾ, ਮਹੱਲੇ ਤੇ ਟਾਈਮ ਲੱਗਦਾ ਹੈ। ਗਲੀਆਂ 'ਚ ਉਹ ਮਿਹਨਤ ਕਰਕੇ ਉਹ
ਪੂਰਾ ਕਰਨਾ ਪੈਂਦਾ, ਟਰਾਲੀਆਂ ਪੂਰੀਆਂ ਕਰਨੀਆਂ ਪੈਂਦੀਆਂ। ਇਹ ਤਾਂ ਨਾ ਡਿੰਗੇ ਸ਼ਹਿਰ 'ਚ ਕਚਰਾ ਗਲੀਆਂ ਤਾਂ ਨਹੀਂ ਹੈ, ਜਿਤਨਾ ਡੇਲੀ ਦਾ ਉਹ 10 ਗੁਣਾ ਕੂੜਾ ਨੂੰ ਇਕੱਠਾ ਕਰਕੇ ਅੱਗੇ ਲੋਡ ਕਰਵਾ ਰਹੇ ਨੇ। ਕਿਆ ਸੁਥਰਾ ਪੰਜਾਬ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਹੋਇਆ ਬਾਕੀ ਸ਼ਹਿਰਾਂ ਦੀ ਨਿਸਬਤ, ਕਿਆ ਡਿੰਗਾ ਸ਼ਹਿਰ ਸਾਡਾ ਨਜ਼ਰਅੰਦਾਜ਼ ਹੋ ਰਿਹਾ? ਬਹੁਤ ਜ਼ਿਆਦਾ ਨਜ਼ਰਅੰਦਾਜ਼ ਹੋ ਰਿਹਾ। ਇਹਨਾਂ ਦੇ ਉੱਤੇ ਸਿਰ ਕੋਈ ਬੰਦਾ ਹੀ ਕੋਈ ਨਹੀਂ ਹੈ, ਕਿਸੇ ਦੀ ਸੁਣ ਕੇ ਰਾਜ਼ੀ ਨਹੀਂ ਹੈ ਇੰਤਜ਼ਾਮੀਆ। ਤੇ ਅੱਜ ਸਾਹਿਬ ਮੇਰਾ ਅਗਲਾ ਸਵਾਲ, क्या सिर्फ हुकूमत जिम्मेदार है या आवाम ने भी सफाई के मामले में अपना किरदार अदा करना चाहिए? बिल्कुल आवाम ने भी किरदार अदा करना चाहिए ते महकमे नूं आवाम ना तावन करे, आवाम जिहड़ी महकमे ना तावन करे। इहदे ते हमेशा ताड़ी वजदी दो हत्थां नाल। महकमे का काम है कि हर महल्ले वार्ड विच रक्षा भेजण ते एक टीमां बना के उत्थे महल्ले विच ਉਹ ਟੀਮਾਂ ਛੱਡਣ, ਉਹ ਦੀ ਜ਼ਿੰਮੇਵਾਰੀ ਹੋਵੇ ਇਹ ਮਹੱਲਾ ਮੈਂ ਸਾਫ਼ ਕਰਨਾ ਹੈ, ਜਿਸ ਨਾਲ ਪਹਿਲੇ ਕਦੇ ਹੁੰਦਾ ਸੀ। ਅੱਗੇ ਵੀ 2-3 ਵਾਰੀ ਇਹੀ ਗੱਲ ਹੋਈ ਹੈ ਕਿ ਉਹਨਾਂ ਨੂੰ ਇਹੀ ਅਸੀਂ ਮਸ਼ਵਰਾ ਦਿੱਤਾ ਆ ਕਿ ਮਿਹਰਬਾਨੀ ਕਰੋ ਕਿ ਤੁਸੀਂ ਇਹਨਾਂ ਦੀ ਟੀਮਾਂ ਸਿਲੈਕਟ ਕਰੋ ਕਰਕੇ ਉਹ ਮਹੱਲਾ ਵਾਈਜ਼ ਕਰਨ। ਬੰਦੇ ਜਿਹੜੇ ਇੱਕ ਛਾਪਰ ਲੈਣ, ਜਿਸ ਤਰ੍ਹਾਂ ਉਹ ਕੁਰਬਾਨੀ ਵਾਲੀ ਈਦ ਤੇ ਵੀ ਪਤਾ ਵੱਡੇ ਛਾਪਰ, ਅਕਸਰ ਘਰਾਂ ਵਿੱਚ ਵੱਡੇ ਛਾਪਰ ਹੁੰਦੇ ਨੇ, ਉਹ ਕੂੜੇ ਦਾ ਕਮਲ ਆਪਣੇ ਦਰਵਾਜ਼ੇ ਦੇ ਅੱਗੇ ਰੱਖ ਸਕਣ। ਬਲਦੀਆ ਦਾ ਟਾਈਮ ਹੋਵੇ, ਪਤਾ ਹੋਵੇ ਜੀ ਫਲਾਣੇ ਟਾਈਮ ਬਲਦੀਆ ਦਾ ਇੰਨੇ ਵਜੇ ਰਕਸ਼ਾ ਹੁੰਦਾ, ਉਹ ਬਲਦੀਆ ਆਪਣਾ ਰਕਸ਼ਾ ਨਾਲ ਕੂੜਾ ਚੁੱਕੇ ਰਹਿ ਜੇ, ਜਾਂ ਫਿਰ ਉਹ ਗਲੀ 'ਚ ਆਵਾਜ਼ ਆਵੇ ਜਿਹਦਾ ਕੂੜਾ ਹੈ ਉਹ ਨੰਬਰ ਉਰਾ ਦਿਓ। ਆਵਾਮ ਟੈਕਸ ਦਿੰਦੇ ਵੀ ਸੋਹਣੇ ਲੱਗਣ ਤੇ ਬਲਦੀਆ ਜਿਹੜਾ ਉਹ ਟੈਕਸ ਲੈਂਦੇ ਵੀ ਸੋਹਣੀ ਲੱਗੇ, ਸ਼ਹਿਰ ਸਾਫ਼ ਸੁਥਰਾ ਵੀ ਹੋਵੇ। ਪਰ ਉਸ ਪਾਸੇ ਚੋਰ ਬਜ਼ਾਰੀ ਨਹੀਂ ਹੈ। ਇਹਨਾਂ ਨੂੰ ਚਾਹੀਦਾ ਸਿਰਫ ਕਿਥੋਂ ਖਰਚਾ ਪਾਣੀ ਲੱਭਦਾ ਸੀ ਉਸ ਬੰਦੇ ਦਾ ਕੰਮ ਕਰ। ਜੁਮੇਰਾਤ ਵੀ ਲੈਂਦੇ ਨੇ ਔਰ ਬਾਅਦ ਤੇ ਇਹ ਵੀ ਦੇਖਣੇ ਵਿੱਚ ਆਇਆ ਅਗਰ ਕੋਈ ਜੁਮੇਰਾਤ ਨਹੀਂ ਦੇ ਰਿਹਾ ਉਹਦੇ ਨਾਲ ਬਦਮਾਸ਼ੀ ਵੀ ਕੀਤੀ ਜਾਂਦੀ। ਉਹਨਾਂ ਦਾ ਕੰਮ ਕਰਨਾ ਹੀ ਨਹੀਂ, ਉਹਨੂੰ ਖਲੋ ਕੇ ਮੂੰਹ ਦੇ ਉੱਤੇ ਬੇਇੱਜ਼ਤ ਕਰਨਾ, ਨਹੀਂ ਮੈਂ ਤੇਰਾ ਕਰਨਾ। ਬੇਇੱਜ਼ਤ ਵੀ ਕਰਨਾ, ਫਿਰ ਧਮਕੀਆਂ ਵੀ ਦੇਣੀਆਂ ਨੇ ਕਿ ਅਸੀਂ ਰੋਡ ਜਾਂ ਗਲੀ ਜਿਹੜੀ ਉਹ ਬਲਾਕ ਕਰ ਦੇਣੀ ਹੈ, ਨਹੀਂ ਕਰ ਦੇਣਾ, ਅਸੀਂ ਨਹੀਂ ਕਰ ਦੇਣਾ। ਇਹ ਵੀ ਸਰੇਆਮ ਹੋ ਰਿਹਾ ਸਾਡੇ ਸ਼ਹਿਰ ਵਿੱਚ ਹੋ ਰਿਹਾ। ਬਿਲਕੁਲ ਸਰੇਆਮ ਹੋ ਰਿਹਾ। ਜਿਹੜਾ ਬੰਦਾ ਤੁਸੀਂ ਹੁਣ ਰੁਪਈਆ ਹਵੇਲੀ ਤੁਹਾਡੀ ਕੋਈ ਹੈ ਉਹਦੇ 'ਚ ਕੂੜਾ ਪਿਆ, ਉਹਨਾਂ ਨੂੰ ਦੱਸੋ ਜੀ ਇਹ ਕੂੜਾ ਸਾਡਾ ਚੁੱਕਣਾ, ਉਹਨਾਂ ਨੂੰ ਮੁੱਠੀ ਗਰਮ ਕਰੋ ਸੁਪਰਵਾਈਜ਼ਰ ਦੀ ਬਾਅਦ 10 ਟਰਾਲੀਆਂ ਤੁਹਾਡੇ ਕੋਲ ਟੁੱਟ ਜਾਣ, ਜਾ ਕੇ ਇੱਕ ਸਾਹ ਜਿਹੜੀ ਤੁਹਾਡਾ ਕੂੜਾ ਚੁੱਕ ਕੇ ਪਰਾਂ ਮਾਰਨ ਨੇ। ਮੈਂ ਇੱਕ ਨਹੀਂ 101 ਤੁਹਾਨੂੰ ਜਿਹੜੀ ਹੈ ਉਹ ਤੁਹਾਨੂੰ ਮੈਂ ਦਿਖਾ ਸਕਣਾ ਜਗ੍ਹਾ ਕਿ ਜਿੱਥੋਂ ਲੋਕਾਂ ਦੀਆਂ ਹਵੇਲੀਆਂ ਦੇ ਵਿੱਚ ਕੂੜੇ ਦੇ ਢੇਰ ਲੱਗੇ ਨੇ, ਕਚਰੇ ਦੇ ਢੇਰ ਲੱਗੇ ਨੇ, ਉਹ ਚੁੱਕੇ ਨੇ ਉਹਨਾਂ 4 ਟਰਾਲੀਆਂ ਲਾ ਕੇ। ਜਦ ਕਿ ਮਹੱਲਾ ਗੰਦਾ ਵੇ, ਗਲੀਆਂ 'ਚ ਪਾਣੀ ਖਲੇ ਹੈ, ਲੋਕਾਂ ਦੇ ਬੂਹੇ ਅੱਗੇ ਕੂੜੇ ਢੇਰੀਆਂ ਬਣੀਆਂ ਨੇ, ਲੰਘਣ ਦਾ ਬੰਦਿਆਂ ਕੋਲ ਰਸਤਾ ਨਹੀਂ। ਪਰ ਉਹਨਾਂ ਕੋਲ ਟਾਈਮ ਹੈ ਕਿ ਜਿਹੜਾ ਉਹ ਹੈ ਵੇ ਢੇਰੀਆਂ ਨੇ ਮਹੱਲੇ ਵਿੱਚ ਚੁੱਕਣ ਵਾਸਤੇ, ਉਹਨਾਂ ਕੋਲ ਮਸ਼ੀਨਰੀ ਵੀ ਹੈ, ਮਲਬਾ ਚੁੱਕਣ ਵਾਸਤੇ ਮਸ਼ੀਨਰੀ ਵੀ ਹੈ ਉਹਨਾਂ ਕੋਲ। ਠੀਕ ਹੈ, ਮੈਂ ਤੁਹਾਨੂੰ 101 ਪਲਾਟ ਦਿਖਾ ਸਕਣਾ ਇਸ ਵਕਤ। ਜੀ ਤੇ ਨਾਜ਼ਰੀਨ, ਬਹੁਤ ਜ਼ਿਆਦਾ ਅਹਿਮ ਇਨਕਸ਼ਾਫਾਤ ਹਾਜੀ ਸਾਹਿਬ ਨੇ ਓਪਨਲੀ ਕਰ ਦਿੱਤੇ ਨੇ। ਆਰ ਕੰਪਨੀ ਦੀ ਕਾਰਕਰਦਗੀ ਤੁਹਾਡੇ ਸਾਹਮਣੇ ਰੱਖ ਦਿੱਤੀ ਗਈ ਹੈ ਕਿ ਆਰ ਕੰਪਨੀ ਡਿੰਗੇ ਵਿੱਚ ਕੀ ਕਰ ਰਹੀ ਹੈ। ਇਹ ਡਿਸਟ੍ਰਿਕਟ ਗੁਜਰਾਤ ਦੇ ਅਫੀਸਰ, ਤਹਿਸੀਲ ਅਫੀਸਰਾਂ ਦਾ ਵੀ ਇਮਤਿਹਾਨ ਹੈ, ਖੁੱਲਾ ਇਮਤਿਹਾਨ ਕਿ ਡਿੰਗਾ ਸ਼ਹਿਰ ਮੁਕੰਮਲ ਤੌਰ ਤੇ ਸੁਥਰਾ ਪੰਜਾਬ ਜਿਹੜਾ ਉਹ ਨਾਕਾਮ ਹੋ ਚੁੱਕਿਆ ਪ੍ਰੋਗਰਾਮ ਡਿੰਗੇ। ਜੇ ਹਾਜੀ ਸਾਹਿਬ ਅੱਜ ਤੁਹਾਨੂੰ ਮੁਕੰਮਲ ਅਮਲੀ ਇਖਤਿਆਰ ਮਿਲ ਜਾਏ ਤਾਂ ਸਫਾਈ ਬਿਹਤਰ ਬਣਾਉਣ ਲਈ ਸਭ ਤੋਂ ਪਹਿਲਾ ਕਦਮ ਕੀ ਚੁੱਕੋਗੇ ਤੁਸੀਂ? ਮੈਂ ਸਭ ਤੋਂ ਪਹਿਲਾਂ ਜਿਹੜੇ ਮੇਨ ਪੁਆਇੰਟ ਨੇ ਉਹਨਾਂ ਉੱਤੇ ਮੈਂ ਕੂੜਾਦਾਨ ਰਖਵਾਵਾਂ। ਅੱਗੋਂ ਸੇਮ ਦੇ ਕਿਨਾਰੇ ਤੇ ਜਿੱਥੇ ਇਹ ਲੋਕ ਜਿਹੜੇ ਸਾਡੇ ਮਾਵਾਂ ਭੈਣਾਂ ਬੱਚੇ ਸਾਡੇ ਸੇਮ ਦੇ ਵਿੱਚ ਕੂੜਾ ਸੁੱਟਦੇ ਨੇ, ਉੱਥੇ ਉਹਨਾਂ ਦੇ ਅੱਗੇ ਕਮ ਸੇ ਕਮ ਡਰਮ ਹੋਣਾ ਚਾਹੀਦਾ, ਵੱਡਾ ਕੰਟੇਨਰ ਦੀ ਡਰਮ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਉਹ ਸੇਮ ਦੇ ਵਿੱਚ ਗੰਦ ਨਾ ਸੁੱਟਣ। ਕਿ ਪਿਛਲੀ ਵਾਰ ਵੀ ਸੇਮ ਦੀ ਸਫਾਈ ਕਰਵਾਈ ਹੈ ਤੇ ਫਿਰ ਉਹ ਦੇਖ ਲਓ ਹਾਲਤ, ਉਹ ਅੱਜ ਵੀ ਸੇਮ ਫੇਰ ਭਰੀ ਗਈ। ਉਹ ਡਰਮ ਰਖਵਾਉਣ, ਬਲਦੀਆ ਦੇ ਮੁਲਾਜ਼ਮ ਜਾ ਕੇ ਗੰਦ ਚੁੱਕਣ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਕਮ ਸੇ ਕਮ ਇਤਨਾ ਕੁ ਕਰ ਸਕੀਏ ਕਿ ਸਾਫ਼ ਸੁਥਰਾ ਮਾਹੌਲ ਦੇ ਸਕੀਏ। ਤੇ ਇਸ ਮੇਰਾ ਅਗਲਾ ਸਵਾਲ, ਡਿੰਗਾ ਦੇ ਵਿੱਚ ਸਫਾਈ ਮੁਹਿੰਮ ਦੇ ਤੁਸੀਂ ਕਿਆਦਤ ਕਰਨ ਲਈ ਤਿਆਰ ਹੋ? ਅਗਰ ਕਿਆਦਤ ਤੁਹਾਨੂੰ ਦਿੱਤੀ ਜਾਏ? ਤੁਹਾਡੇ ਸਾਹਮਣੇ ਮੈਂ ਸਾਹਿਬ ਅੱਗੇ ਵੀ ਈਦ ਕੁਰਬਾਨ ਤੇ ਐਮਪੀਏ ਸਾਹਿਬ ਨੇ ਕੋਆਰਡੀਨੇਟਰ ਟੀਮਾਂ ਤਸ਼ਕੀਲ ਦਿੱਤੀਆਂ ਸੀ, ਅਲਹਮਦੁਲਿਲਾ ਮੈਂ ਉਹਨਾਂ ਵੀ ਸ਼ਮਾਲ ਸੀ। ਅੱਛੇ ਉਹਨਾਂ ਆਦਮੀ ਵਿੱਚ ਚੁਣੇ ਸੀ 2-3 ਜਿਹੜੇ ਨੇ, ਉਹਨਾਂ ਪੂਰੇ ਸ਼ਹਿਰ ਦਾ ਇੱਕ ਆਪਣੀਆਂ ਕੋਆਰਡੀਨੇਟਰ ਟੀਮਾਂ ਜਿਹੜੀਆਂ ਅਸੀਂ ਮਹੱਲੇ ਵਿੱਚ ਤਸ਼ਕੀਲ ਦਿੱਤੀਆਂ ਗਈਆਂ। ਫਿਰ ਉਹਨਾਂ ਦੇ ਨਾਲ ਅਸੀਂ ਵੰਡ ਕੇ ਬੰਦੇ ਜਿਹੜੇ ਉਹ ਉਹਨਾਂ ਨੂੰ ਦਿੱਤੇ ਸੀ ਤੇ ਸ਼ਹਿਰ ਦੀ ਸਫਾਈ ਤੁਹਾਡੀ ਅੱਖਾਂ ਦੇ ਸਾਹਮਣੇ ਅਸੀਂ 3 ਦਿਨ ਈਦ ਕੁਰਬਾਨ ਤੇ ਕਿਸ ਤਰ੍ਹਾਂ ਕੀਤੇ ਨੇ, ਆਪਣੀ ਈਦਾਂ ਛੱਡ ਕੇ ਤੇ ਅਸੀਂ ਲੋਕਾਂ ਵਾਸਤੇ ਖਿਦਮਤ ਵਾਸਤੇ ਮੌਕਾ ਅੱਲਾਹ ਤਾਲਾ ਨੇ ਸਾਨੂੰ ਦਿੱਤਾ ਸੀ। ਤੁਹਾਡੇ ਸਾਹਮਣੇ ਆਵਾਮ ਬਖੂਬੀ ਦੱਸ ਸਕਦੀ ਹੈ ਕਿ ਅਸਾਂ ਉਹ 3 ਦਿਨ ਕਿਸ ਤਰ੍ਹਾਂ ਇਹਨਾਂ ਨੇ ਕੰਮ ਕਰਵਾਇਆ। ਅਗਰ ਉਸੇ ਤਰ੍ਹਾਂ ਨਿਜ਼ਾਮ ਅੱਗੂ ਮੌਕਾ ਅੱਲਾਹ ਤਾਲਾ ਸਾਨੂੰ ਜੇ ਦਿੱਤਾ ਤੇ ਮੇਰੇ ਖਿਆਲ ਵਿੱਚ ਬੜੇ ਸਲਾਹੀਅਤ ਬੰਦੇ ਸਾਡੇ ਕੋਲ ਮੌਜੂਦ ਨੇ ਕਿ ਜਿਹੜੀ ਅੱਛੀ ਤਰ੍ਹਾਂ ਮਹੱਲਿਆਂ ਦੀ ਨਿਗਰਾਨੀ ਕਰ ਸਕਦੇ ਨੇ, ਮਹੱਲਿਆਂ ਨੂੰ ਅੱਛੇ ਤਰੀਕੇ ਨਾਲ ਡੀਲ ਕਰ ਸਕਦੇ ਤੇ ਮਹਿਕਮਾ ਵੀ ਅੱਛਾ ਕੰਮ ਕਰੇ। ऐसा मेरा अगला सवाल कि क्या ਇਹਦਾ ਮੁਸਤਕਿਲ ਹੱਲ ਮੌਜੂਦ ਹੈ ਜਾਂ ਜਿਸ ਤਰ੍ਹਾਂ ਆਰ ਕੰਪਨੀ ਹੁਣ ਚੱਲ ਰਹੀ ਹੈ ਇਹ ਤਰੀਕਾਕਾਰ ਠੀਕ ਹੈ ਜਾਂ ਕੋਈ ਹੱਲ ਮਜ਼ੀਦ ਹੈ ਕਿ ਜਿਹਦੇ ਨਾਲ ਸਾਡਾ ਸ਼ਹਿਰ ਜਿਹੜਾ ਸਾਫ਼ ਹੋ ਜਾਏ? ਉਹ ਹੱਲ ਤੇ ਇੱਕ ਹੀ ਬਣਦਾ ਕਿ ਅੱਗੇ ਵੀ ਮੈਂ ਜਿਹੜੀ ਹੈ ਨਾ 22 ਤੇ ਕੋਆਰਡੀਨੇਟਰ ਸੀਓ ਬਲਦੀਆ ਦੇ ਦਫ਼ਤਰ 'ਚ ਬਹਿ ਕੇ ਸਾਡੀ ਮੀਟਿੰਗ ਹੋਈ ਸੀ ਇਹਨਾਂ ਦੇ ਅਫਸਰਾਂ ਬਾਲਾ ਨਾਲ। ਉਹਨਾਂ ਨੂੰ ਇੱਕ ਹੀ ਮਸ਼ਵਰਾ ਦਿੱਤਾ ਕਿ ਇਸ ਤਰ੍ਹਾਂ ਕਰੋ, ਤੁਹਾਡੇ ਕੋਲ 100-150 ਆਦਮੀ ਹੈ, ਮਹੱਲੇ ਸਾਡੇ ਸ਼ਹਿਰ ਦੀਆਂ 12 ਵਾਰਡਾਂ ਨੇ, 12 ਵਾਰਡਾਂ 'ਚ 6 ਤੋਂ 8 ਬੰਦੇ ਉਹ ਤੁਸੀਂ ਲਾ ਲਓ ਤੇ ਉਹ ਤਕਰੀਬਨ 60-70 ਬੰਦੇ ਬਣਦੇ ਨੇ।
ਬਕਾਇਆ ਜਿਹੜੇ ਬੰਦੇ ਤੁਸੀਂ 10-15 ਜਿਹੜੇ ਨੇ ਤੁਸੀਂ ਰੋਡਾਂ ਤੇ ਲਾ ਦਿਓ। ਉਹ ਰੋਡਾਂ ਦੀ ਸਫਾਈ ਕਰਨ, ਮਹੱਲੇ ਵਾਲੇ ਮਹੱਲੇ ਵੀ ਸਫਾਈ ਕਰਨ। ਐਕਸਟਰਾ ਤੁਹਾਡੇ ਕੋਲ ਟੀਮ ਹੋਵੇ ਕਿ ਜਿਹੜੀ ਸ਼ਾਮ ਨੂੰ ਬਲਦੀਆ ਦੀ ਟਰਾਲੀ ਨਿਕਲੇ, ਉਹ ਮੇਨ ਰੋਡਾਂ ਦੀ ਤੇ ਮੇਨ ਬਾਜ਼ਾਰ ਦੀ ਸ਼ਾਮ ਨੂੰ ਸਫਾਈ ਕਰੇ। ਠੀਕ। ਅਕਸਰ ਦੁਕਾਨਦਾਰ ਸਫਾਈਆਂ ਕਰਕੇ ਰਾਤ ਨੂੰ ਢੇਰ ਲਾ ਸਕਦੇ, ਉਹ ਰਾਤੋਂ ਰਾਤ ਸਫਾਈ ਹੋਵੇ। ਇੱਕ ਤੇ ਡਿੰਗੇ ਦੀ ਟ੍ਰੈਫਿਕ ਬਲਾਕ ਨਹੀਂ ਹੋਣੀ, ਤੁਸੀਂ ਅਕਸਰ ਦੇਖਿਆ ਹੋਣਾ 11-12 ਵਜੇ ਤਾਈਂ ਸਾਡਾ ਸ਼ਹਿਰ ਬਾਅਦ ਟਾਈਮ ਇਹ ਵੀ ਦੇਖਿਆ ਜਾਂਦਾ ਕਿ ਉਦੋਂ ਸਕੂਲ ਨੂੰ ਬੱਚਿਆਂ ਨੂੰ ਛੁੱਟੀ ਹੋਈ ਹੁੰਦੀ ਹੈ ਤੇ ਉਧਰੋਂ ਬਾਜ਼ਾਰ ਦੇ ਵਿੱਚ ਟਰਾਲੀ ਵਾਲੇ ਜਿਹੜੇ ਨੇ ਉਹ ਟਰਾਲੀ ਲੈ ਕੇ ਤੇ ਦਿਹਾੜੀ 1:30-2 ਵਜੇ ਵੀ ਉਹਨਾਂ ਨੂੰ ਦੇਖਿਆ ਜਾਂਦਾ ਕਿ ਉਹ ਗੰਦ ਉਠਾ ਰਹੇ ਜਾਂ ਬੜਾ ਮਸਲਾ ਬਣਦਾ ਬੱਚੀਆਂ ਸਾਡੀਆਂ ਨੂੰ ਨਾ ਸਕੂਲਾਂ ਵਿੱਚ ਆਉਣ ਵਾਸਤੇ ਨਾ, ਅਗਰ ਰੱਖੇ ਲੱਗੇ ਹੁੰਦੇ ਮਗਰੋਂ ਟਰਾਲੀ ਜਿਹੜੀ ਰਾਹ ਬੰਦ ਕਰ ਛੱਡਦੀ ਹੈ, ਬਹੁਤ ਮਾਮਲਾ ਬੱਚੇ ਪਰੇਸ਼ਾਨ ਹੁੰਦੇ ਨੇ ਉਹਦੇ ਨਾਲ। ਤੇ ਜੇ ਅਗਰ ਰਾਤ ਨੂੰ ਕੰਮ ਕਰ ਦਿੱਤਾ ਜਾਏ ਤੇ ਮੈਂ ਕਹਿੰਦਾ ਕਿ ਸ਼ਹਿਰ ਦੇ ਮਸਾਲੇ ਬਹੁਤ ਸਾਰੇ ਹੱਲ ਹੋ ਜਾਂਦੇ ਨੇ। ਜੀ ਤੇ ਨਾਜ਼ਰੀਨ, ਗੱਲਾਂ ਤੁਸੀਂ ਸੁਣੀਆਂ ਹਾਜੀ ਸਾਹਿਬ ਦੀਆਂ, ਬਹੁਤ ਅੱਛੀ ਗੱਲ ਆਖਰ ਤੇ ਉਹਨਾਂ ਨੇ ਕੀਤੀ ਕਿ ਇਹਦਾ ਹੱਲ ਮੌਜੂਦ ਹੈ। ਇਹ ਨਹੀਂ ਕਿ ਹੱਲ ਮੌਜੂਦ ਨਹੀਂ। ਡਿੰਗਾ ਸ਼ਹਿਰ ਨੂੰ ਸਾਫ਼ ਕਰਨ ਵਾਸਤੇ 12 ਵਾਰਡਾਂ ਨੇ ਤੇ ਵਾਰਡ ਵਾਈਜ਼ ਅਗਰ ਉਹ ਮੁਲਾਜ਼ਮ ਜਿਹੜੇ ਨੇ, ਉਹ ਬੰਦੇ ਜਿਹੜੇ ਨੇ ਉਹ ਹਾਇਰ ਕੀਤੇ ਜਾਣ, ਉਹਨਾਂ ਦੀ ਟੀਮ ਬਣਾਈ ਜਾਏ ਫੀ ਵਾਰਡ ਦੇ ਹਿਸਾਬ ਤੇ ਫਿਰ ਸਾਡਾ ਸ਼ਹਿਰ ਜਿਹੜਾ ਉਹ ਸਾਫ਼ ਹੋ ਸਕਦਾ ਹੈ। ਜੇ ਅਗਰ ਇਹਨੂੰ ਇਸੇ ਤਰ੍ਹਾਂ ਹੀ ਚਲਾਣਾ ਹੈ ਕਿ ਠੀਕ ਹੈ ਜੀ, ਰੋਡ ਤੇ ਥੋੜਾ ਜਿਹਾ ਪਾਣੀ ਸੱਟਿਆ, ਬੰਦੇ ਇਕੱਠੇ ਕੀਤੇ, ਤਸਵੀਰ ਵੀਡੀਓ ਬਣਾਈ ਤੇ ਭੇਜ ਦਿੱਤਾ, ਤਾਂ ਫਿਰ ਸਾਡਾ ਸ਼ਹਿਰ ਸਾਫ਼ ਨਹੀਂ ਹੋ ਸਕਦਾ। ਸਾਡਾ ਸ਼ਹਿਰ ਇਸੇ ਤਰ੍ਹਾਂ ਗੰਦਗੀ ਦਾ ਢੇਰ ਜਿਹੜਾ ਉਹ ਮੰਜ਼ਰ ਪੇਸ਼ ਕਰਦਾ ਰਹੇਗਾ। ਦੂਸਰੇ ਨੰਬਰ ਦੀ ਇੱਕ ਹੋਰ ਬੜੀ ਜਿਹੜੀ ਹੈ ਨਾ ਖਰਾਬੀ ਹੈ ਕਿ ਜਿਹੜੇ ਨਾ ਤੁਹਾਡੇ ਮੇਨ ਨਾਲੇ, ਇਹਨਾਂ ਦੀ ਪ੍ਰੋਪਰ ਸਫਾਈ ਹੋਣੀ ਚਾਹੀਦੀ ਹੈ। ਉਹਦੇ ਵਾਸਤੇ ਜਿਹੜਾ ਨਾ ਇਹਨਾਂ ਨੂੰ ਬੰਦੇ ਲਾਣੇ ਚਾਹੀਦੇ ਨੇ। ਮੇਨ ਨਾਲਾ ਜਿਹੜਾ ਤੁਹਾਡਾ ਤੋੜ ਜਿਹੜਾ ਇਹਨਾਂ ਨੂੰ ਖਾਲੀ ਕਰਨਾ ਚਾਹੀਦਾ ਹੈ। ਤੇ ਜਿਸ ਕਹਿੰਦਾ ਮੇਨ ਨਾਲੇ ਤੁਹਾਡੇ ਖਾਲੀ ਕਰਨ ਦੇ ਤੇ ਤੁਹਾਡਾ ਪਾਣੀ ਆਟੋਮੈਟਿਕ ਨਿਕਲੇਗਾ, ਤੁਹਾਨੂੰ ਮਸਾਇਲ ਨਹੀਂ ਬਣਨ ਲੱਗੇ। ਤੁਸੀਂ ਪ੍ਰੋਗਰਾਮ ਦੇਖ ਰਹੇ ਹੋ, ਪ੍ਰੋਗਰਾਮ ਦਾ ਟਾਈਟਲ ਡਿੰਗਾ ਪੁੱਛਦਾ ਮੇਰਾ ਵਾਰਿਸ ਕੌਣ। ਤੇ ਨਾਜ਼ਰੀਨ, ਆਓ ਮੈਂ ਐਲਾਨੇ ਸ਼ਹਿਰ ਅੱਗੇ ਵੀ ਗੁਜ਼ਾਰਿਸ਼ ਕਰਾਂਗਾ, ਸਿਆਸੀ ਸਮਾਜੀ ਸ਼ਖਸੀਅਤ ਯੂਥ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਆਓ ਪ੍ਰੋਗਰਾਮ ਦੇ ਵਿੱਚ ਬਹਿ ਕੇ ਸ਼ਹਿਰ ਦੇ ਮਸਾਇਲ ਦੇ ਹਵਾਲੇ ਨਾਲ ਗੱਲ ਕਰਨੇ ਆ, ਸ਼ਹਿਰ ਦੇ ਮਸਾਇਲ ਨੂੰ ਹੱਲ ਕਰਨ ਦੀ ਤਰਫ ਚੱਲਨੇ ਆ। ਸ਼ਹਿਰ ਦੇ ਮਸਾਇਲ ਕੀ ਨੇ ਔਰ ਉਹਨਾਂ ਦਾ ਹੱਲ ਕੀ ਹੈ, ਅਸੀਂ ਹੱਲ ਦੀ ਤਰਫ ਚੱਲੀਏ। ਤੇ ਨਾਜ਼ਰੀਨ, ਦੇਖਣਾ ਨਾ ਭੁੱਲੋ ਪ੍ਰੋਗਰਾਮ ਡਿੰਗਾ ਪੁੱਛਦਾ ਮੇਰਾ ਵਾਰਿਸ ਕੌਣ, ਹਰ ਸੋਮਵਾਰ ਵਾਲੇ ਦਿਨ ਔਰ ਜੁਮੇਰਾਤ ਵਾਲੇ ਦਿਨ, ਹਫਤੇ ਦੇ ਵਿੱਚ 2 ਪ੍ਰੋਗਰਾਮ। ਜੀ ਤੇ ਨਾਜ਼ਰੀਨ, ਆਪਣੇ ਮੇਜ਼ਬਾਨ ਤਾਰਿਕ ਮਹਿਮੂਦ ਮੈਰ ਨੂੰ ਇਸੇ ਨਾਲ ਇਜਾਜ਼ਤ ਦਿਓ। ਅੱਲਾ ਹਾਫਿਜ਼। ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਔਰ ਕਮੈਂਟ ਬਾਕਸ ਦੇ ਵਿੱਚ ਸ਼ਹਿਰ ਦੇ ਮਸਾਇਲ ਜਿਹੜੇ ਨੇ ਉਹ ਲਾਜ਼ਮੀ ਦੱਸੋ ਕਿ ਸ਼ਹਿਰ ਦੇ ਮਸਾਇਲ ਕੀ ਨੇ। ਔਰ ਸਾਡੇ ਪ੍ਰੋਗਰਾਮ ਵਿੱਚ ਵੀ ਆਓ, ਮੈਂ ਦਾਵਤ ਆਮ ਦੇ ਰਿਹਾ ਕਿ ਆ ਕੇ ਸਾਡੇ ਨਾਲ ਬੈਠੋ ਔਰ ਇਸ ਸ਼ਹਿਰ ਨੂੰ ਸਾਫ਼ ਕਰਨ ਲਈ ਔਰ ਸ਼ਹਿਰ ਦੇ ਜਿਹੜੇ ਬਾਕੀ ਦੀਗਰ ਮਸਾਇਲ ਮੌਜੂਦ ਨੇ, ਉਹਨਾਂ ਮਸਾਇਲ ਨੂੰ ਹੱਲ ਕਰਨ ਵਾਸਤੇ ਉਹਨਾਂ ਦਾ ਹੱਲ ਢੂੰਢੀਏ, ਉਹਨਾਂ ਨੂੰ ਹੱਲ ਦੀ ਤਰਫ ਲੈ ਕੇ ਜਾਈਏ। ਇਸੇ ਨਾਲ ਇਜਾਜ਼ਤ। ਅੱਲਾ ਹਾਫਿਜ਼।